ਸਤਿ ਸ੍ਰੀ ਅਕਾਲ। ਕਰ ਲਓ ਸਿਹਤ ਮੁੱਠੀ ਵਿੱਚ, ਆਪਣੇ ਹੱਥਾਂ ਵਿੱਚ ਸਿਹਤ ਆਪਣੀ ਕਰ ਲਓ, ਨਿਰੋਗੀ ਬਣ ਜਾਓ। ਪਿਛਲੀ ਕੜੀ ਵਿੱਚ ਮੈਨੂੰ ਯਾਦ ਹੈ ਕਿ ਮੈਂ ਆਪਣੇ ਕੁਝ ਵਿਚਾਰ ਨਸ਼ੇ ਉੱਪਰ ਰੱਖੇ ਸੀ ਕਿ ਤੰਬਾਕੂ ਔਰ ਸ਼ਰਾਬ। ਅੱਜ ਮੈਂ ਥੋੜਾ ਅੱਗੇ ਵਧਦਾ। ਅੱਜ मैं मैंटल हैल्थ पर विचार और मैंटल हैल्थ ਦਾ कनैक्शन साढ़े फिजिकल कनैक्शन फिजिकल हैल्थ ਸਰੀਰਕ ਸਵਾਸਥ ਨਾਲ ਬਹੁਤ ਗਹਿਰਾ ਜੁੜਿਆ ਹੋਇਆ ਹੈ। ਜਿਸ ਤਰ੍ਹਾਂ ਅੱਜ ਡਾਕਟਰੀ ਦੇ ਵਿੱਚ ਸਰੀਰ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ। ਸਰੀਰ ਦੇ ਇੱਕ ਇੱਕ ਅੰਗ ਦੀ ਜ਼ਰੂਰੀ ਹੈ। ਸਰੀਰ ਦੇ ਆਰਗਨ ਜੋ ਹਨ ਉਹਨਾਂ ਦੀ ਜਾਣਕਾਰੀ ਜ਼ਰੂਰੀ ਹੈ। ਤਾਂ ਹੀ ਡਾਕਟਰ ਤੁਹਾਨੂੰ ਸਮਝ ਸੋਚ ਕਰਕੇ ਦਵਾਈ ਐਡਵਾਈਜ਼ ਕਰਦਾ ਹੈ। ਪਰ ਅੱਜ ਦੇ ਟਾਈਮ ਵਿੱਚ ਐਲੋਪੈਥੀ, ਹੋਮਿਓਪੈਥੀ, ਆਯੁਰਵੈਦਾ और सारी पैथी जो भी है ਉਹ ਆਪਣੇ ਨੈਟਵਰਕ ਦੇ ਉੱਤੇ ਆ ਰਹੀਆਂ ਹਨ। ਪਰ ਫਿਰ ਵੀ ਸਾਡਾ ਜੀਵਨ ਸੁਖੀ ਨਹੀਂ ਹੈ। ਜੀਵਨ ਦੇ ਅੰਦਰ ਸੁੱਖ ਨਹੀਂ ਹੈ। ਸੁੱਖ ਮਾਨਾ ਖੁਸ਼ੀ ਨਹੀਂ ਹੈ। ਖੁਸ਼ੀ ਦਰਅਸਲ ਦੇ ਵਿੱਚ ਸਰੀਰ ਦੀ ਨਹੀਂ, ਸਰੀਰ ਦੀ ਨਹੀਂ ਬਲਕਿ ਇੱਕ ਮਨ ਦੀ ਹੈ ਕਿ ਸਾਡਾ ਮਨ ਨਿਰੰਤਰ ਖੁਸ਼ ਰਹੇ। कहते ना मन तू जोत स्वरूप है अपना मूल पछाण। ਅੱਜ ਮੈਂ ਇਹ ਚੀਜ਼ ਦੱਸਦਾ ਕਿ ਸਾਡਾ ਜਿਹੜਾ ਬ੍ਰੇਨ ਹੈ ਇਹ ਇੱਕ ਕੰਪਿਊਟਰ ਦੀ ਤਰ੍ਹਾਂ ਹੈ। ਇਹ ਕੰਟਰੋਲ ਰੂਮ ਹੈ। ਜਿਸ ਤਰ੍ਹਾਂ ਇੱਕ ਕੰਪਿਊਟਰ ਦੇ ਉੱਤੇ ਬੈਠਾ ਹੋਇਆ ਵਿਅਕਤੀ ਉਸ ਦੇ ਅੰਦਰ ਜੋ ਕੁਝ ਫੀਡ ਕਰਦਾ ਹੈ ਔਰ ਉਹ ਕੰਪਿਊਟਰ ਫੀਡਬੈਕ ਦਿੰਦਾ ਹੈ। ਇਸ ਤਰ੍ਹਾਂ ਹੀ ਸਾਡੀ ਚੇਤਨਾ, ਜਿਹਨੂੰ ਅਸੀਂ ਕੌਨਸ਼ੀਅਸਨੈਸ ਕਹਿੰਦੇ ਹਾਂ, ਕਈ ਵਾਰੀ ਆਪਾਂ ਕਹਿੰਦੇ ਵੀ ਹਾਂ ਮੇਰੀ ਕੌਨਸ਼ੀਅਸ ਨਹੀਂ ਮੰਨਦੀ, ਉਹ ਸਾਡੇ ਬ੍ਰੇਨ ਨੂੰ ਪ੍ਰਯੋਗ ਕਰਦੀ ਹੈ। ਸਾਡਾ ਬ੍ਰੇਨ ਜੋ ਹੈ ਉਹ 100 ਬਿਲੀਅਨਸ ਨਿਊਰੋਨਸ ਨਰਵ ਸੈੱਲ ਤੋਂ ਬਣਿਆ ਹੋਇਆ ਹੈ। ਔਰ ਦੂਸਰੀ ਗੱਲ, ਉਹਦੇ ਨਾਲ ਬਿਲੀਅਨ ਕਨੈਕਸ਼ਨ ਹੋਰ ਵੀ ਹਨ। ਉਹ ਸੂਖਸ਼ਮ ਕਨੈਕਸ਼ਨ ਹਨ। ਪਹਿਲਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਸਾਡੀ ਜਿਹੜੀ ਮੈਮੋਰੀ ਪਾਵਰ ਹੈ, ਯਾਦਦਾਸ਼ਤ ਹੈ, ਉਹ ਕਮਜ਼ੋਰ ਕਿਉਂ ਹੋ ਜਾਂਦੀ ਹੈ। ਔਰ ਆਪਾਂ ਦੇਖਿਆ ਹੈ ਕਿ 60 ਸਾਲ ਤੋਂ ਉੱਪਰ, 70 ਸਾਲ ਤੋਂ ਉੱਪਰ ਲੋਕਾਂ ਨੂੰ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ। ਅੱਜ ਕੱਲ੍ਹ ਤਾਂ ਕਈਆਂ ਨੂੰ ਮਿਲਦੇ ਆ ਉਹ ਕਹਿੰਦੇ ਆ ਵੀ ਭੁੱਲ ਜਾਂਦਾ ਜਲਦੀ। ਇਹਦਾ ਕਾਰਨ ਕੀ ਹੈ ਕਿ ਜਿਹੜੀਆਂ ਸਾਡੀਆਂ ਬ੍ਰੇਨ ਦੇ ਸੈੱਲ ਹੈ ਉਹ ਇੱਕ ਕੈਸੇਟ ਦੀ ਤਰ੍ਹਾਂ ਹਨ। ਉਹ ਇੱਕ ਡਾਇਰੀ ਦੀ ਤਰ੍ਹਾਂ ਹਨ। ਜਦੋਂ ਆਪਾਂ ਡਾਇਰੀ ਵਿੱਚ ਨੋਟ ਕਰਦੇ ਹਾਂ ਤਾਂ ਆਪਾਂ ਨੂੰ ਉਹ ਚੀਜ਼ ਸਮਝ ਆ ਜਾਂਦੀ। ਜਦੋਂ ਆਪਾਂ ਕੈਸੇਟ ਸੁਣਦੇ ਹਾਂ ਤਾਂ ਸਾਡੀ ਯਾਦਦਾਸ਼ਤ ਸਾਨੂੰ ਵਾਪਸ ਆ ਜਾਂਦੀ। ਇਸ ਤਰ੍ਹਾਂ ਹੀ ਇਸ ਨਰਵ ਸੈੱਲ ਦੇ ਵਿੱਚ ਸਾਡੀਆਂ ਯਾਦਾਂ ਭਰੀਆਂ ਹੋਈਆਂ ਹਨ, ਜਿਹਨੂੰ ਅਸੀਂ ਇਹ ਕਹਿੰਦੇ ਹਾਂ ਸ਼ਾਰਟ ਲਾਈਫ ਮੈਮਰੀ, ਲੌਂਗ ਲਾਈਫ ਮੈਮਰੀ, ਅਨਕੌਂਸ਼ੀਅਸ ਮੈਮਰੀ ਔਰ ਡੋਰਮੈਂਟ ਮੈਮਰੀ। ਮੈਮਰੀ ਦਾ ਮਤਲਬ ਹੈ ਯਾਦਦਾਸ਼ਤ। ਇਹ 4 ਕਿਸਮ ਦੀ ਹੈ। ਕੋਈ ਬੰਦਾ ਕੋਈ ਚੀਜ਼ ਨੂੰ ਭੁੱਲਦਾ ਨਹੀਂ ਹੈ। ਸਾਡਾ ਜਿਹੜਾ ਮਨ ਹੈ, ਇਹ ਮਨ ਵੀ ਸਾਡੇ ਜਿਹੜੇ ਹੈ ਉਹ ਉਸ ਦੇ ਵੀ ਜਿਸ ਤਰ੍ਹਾਂ ਕੌਨਸ਼ੀਅਸ ਮਾਈਂਡ ਹੈ, ਚੇਤਨ ਮਨ ਹੈ, ਅੰਤਰ ਚੇਤਨ ਮਨ ਹੈ, ਸਬਕੌਨਸ਼ੀਅਸ ਮਾਈਂਡ ਹੈ, ਫਿਰ ਅਨਕੌਂਸ਼ੀਅਸ ਮਾਈਂਡ ਹੈ, ਫਿਰ ਉਸ ਤੋਂ ਅੱਗੇ ਕਹਿੰਦੇ ਆ ਡੋਰਮੈਂਟ ਮਾਈਂਡ। ਇਹ ਜੋ ਵੀ ਆਪਣੀਆਂ ਯਾਦਾਂ ਹੈ ਉਹ ਸਾਡੇ ਅੰਦਰ ਚੇਤਨਾ ਵਿੱਚ ਚਲੀਆਂ ਜਾਂਦੀਆਂ ਹਨ।
ਕਈ ਵਾਰੀ ਆਪੀ ਰਾਤ ਨੂੰ ਪੈ ਜਾਂਦੇ ਹਾਂ, ਸੌਂ ਜਾਂਦੇ ਹਾਂ, ਤਾਂ ਉਸ ਤੋਂ ਮਗਰੋਂ ਸੁਪਨੇ ਆਉਂਦੇ ਆ, ਪਰ ਉਸ ਟਾਈਮ ਅਸੀਂ ਕੁਝ ਕਰ ਨਹੀਂ ਸਕਦੇ। ਅਸੀਂ ਆਪਣੇ ਮਨ ਨੂੰ ਪਰਿਵਰਤਨ ਨਹੀਂ ਕਰ ਸਕਦੇ। ਅਸਲ ਵਿੱਚ ਕਰਨਾ ਕੀ ਹੈ? ਮਨ ਨੂੰ ਪਰਿਵਰਤਨ ਕਰਨਾ, ਮਨੋਬਲ ਨੂੰ ਵਧਾਉਣਾ ਹੈ। ਜਿਹੜਾ ਕੌਨਸ਼ੀਅਸ ਮਾਈਂਡ ਹੈ ਉਹ ਸਦਾ ਹੀ ਬਾਹਰ ਦੀਆਂ ਚੀਜ਼ਾਂ ਨੂੰ ਚੱਕਦਾ ਰਹਿੰਦਾ। ਅੱਜ ਦਾ ਬਾਹਰੀ ਵਾਤਾਵਰਨ ਆਪਾਂ ਦੇਖਦੇ ਹਾਂ ਕਿ ਨੈਗੇਟਿਵ। ਔਰ ਦੂਜੀ ਗੱਲ ਇਹ ਹੈ ਕਿ ਜਦੋਂ ਸਵੇਰੇ ਉੱਠਦੇ ਹਾਂ, ਉੱਠਦੇ ਹੀ ਪਹਿਲਾਂ ਆਪਾਂ ਕੀ ਕਰਦੇ ਹਾਂ? ਜਾਂ ਤਾਂ ਬੈੱਡ ਟੀ ਪੈਂਦੇ ਹਾਂ, ਔਰ ਜਾਂ ਫਿਰ ਕੋਈ ਵੀ ਅਖਬਾਰ ਚੁੱਕ ਲੈਂਦੇ ਹਾਂ। ਅਖਬਾਰ ਦੇ ਵਿੱਚ ਅੱਜ ਕੱਲ੍ਹ ਦੇਖਿਆ ਹੀ ਹੈ ਕਿ ਜਿਹੜੀ ਬੈਡ ਨਿਊਜ਼ ਹੈ ਉਹ ਗੁੱਡ ਨਿਊਜ਼ ਹੈ। ਉਹ ਜਿਹੜੀ ਨਿਊਜ਼ ਅਸੀਂ ਪੜ੍ਹਦੇ ਹਾਂ ਉਹਦਾ ਇੰਪੈਕਟ ਸਾਡੇ ਮਨ ਦੇ ਉੱਤੇ ਹੁੰਦਾ ਹੈ। ਜਿੰਨੀਆਂ ਚੀਜ਼ਾਂ ਅਸੀਂ ਦੋਨਾਂ ਅੱਖਾਂ ਨਾਲ ਦੇਖਦੇ ਹਾਂ, ਕੰਨਾਂ ਨਾਲ ਸੁਣਦੇ ਹਾਂ, ਉਹ ਸਾਡਾ ਮਨ ਦੇ ਉੱਤੇ ਸਾਡਾ ਪ੍ਰਭਾਵ ਪੈਂਦਾ। ਉਹਨੂੰ ਕਹਿ ਦਿੰਦੇ ਆ ਥਾਟ ਸਿਸਟਮ, ਕਿ ਸਾਨੂੰ ਥਾਟ ਸਿਸਟਮ ਨੂੰ ਚੇਂਜ ਕਰਨਾ ਪਏਗਾ। ਹੁਣ ਥਾਟ ਕਿੰਨੇ ਕਿਸਮ ਦੇ ਹੋ ਸਕਦੇ ਹਨ? ਪਹਿਲੀ ਗੱਲ ਤਾਂ ਇਹ ਦੇਖੀਏ ਕਿ ਮੈਂ ਸ਼ੁਰੂ ਕਰਦਾ ਕਿ ਪਹਿਲੇ ਟੌਕਸਿਕ ਥਾਟਸ ਨੇ। ਟੌਕਸਿਕ ਥਾਟ ਉਹ ਥਾਟ ਹਨ ਜਿਹੜੇ ਜ਼ਹਿਰੀਲੇ ਹਨ। ਕਈ ਵਾਰੀ ਇੰਨੇ ਵੇਗ 'ਚ ਆਪਾਂ ਆ ਜਾਂਦੇ ਹਾਂ, ਜੋਸ਼ ਦੇ ਵਿੱਚ ਆ ਜਾਂਦੇ ਹਾਂ, ਕਈ ਗੱਲਾਂ ਆਪਾਂ ਮੁੱਖ ਦੇ ਵਿੱਚੋਂ ਕਹਿ ਦਿੰਦੇ ਹਾਂ ਜੋ ਨਹੀਂ ਵੀ ਕਹਿਣੀਆਂ ਚਾਹੀਦੀਆਂ। ਔਰ ਜਿਸ ਵਿਅਕਤੀ ਦੇ ਨਾਲ ਸਾਡੀ ਵਾਰਤਾ ਚੱਲ ਰਹੀ ਹੈ ਉਹ ਵੀ ਆਪਣੀ ਟੈਨਸ਼ਨ ਵਿੱਚ ਆ ਜਾਂਦਾ। ਤਾਂ ਉਸ ਟਾਈਮ ਕੀ ਹੁੰਦਾ ਹੈ? ਉਹਨੂੰ ਕਹਿ ਦਿੰਦੇ ਟੌਕਸਿਕ ਵਿਚਾਰ। ਵਿਚਾਰ ਤਾਂ ਚੱਲ ਰਹੇ ਹਨ, ਪਰ ਉਹਦੇ ਨਾਲ ਜਿਹੜੇ ਸਾਡੇ ਕੈਮੀਕਲਸ ਹੈ, ਟੌਕਸਿਨ ਹੁੰਦੇ ਜ਼ਹਿਰੀਲੇ ਵਿਚਾਰ, ਉਹ ਸਾਡੇ ਸਰੀਰ ਵਿੱਚ ਚਲੇ ਜਾਂਦੇ ਹਨ। ਆਪਾਂ ਕਈ ਵਾਰ ਦੇਖਿਆ ਵੀ ਹੈ, ਕਈ ਵਾਰੀ ਲੜਾਈ ਹੋ ਜਾਂਦੀ ਹੈ, ਕਈ ਵਾਰੀ ਟੈਨਸ਼ਨ ਆ ਜਾਂਦੀ ਹੈ, ਮਨ 'ਚ ਬੜਾ ਤਣਾਅ ਆ ਜਾਂਦਾ ਹੈ, ਗੱਲਾਂ ਕਰਦੇ ਕਰਦੇ ਹੀ ਆਪਾਂ ਲੜ ਪੈਂਦੇ ਹਾਂ। ਪਰ ਉਹ ਕੀ ਹੁੰਦਾ ਹੈ? ਸਾਡੇ ਸਰੀਰ ਦੇ ਉੱਤੇ ਅਸਰ ਹੁੰਦਾ ਹੈ, ਔਰ ਸਰੀਰ ਦੇ ਵਿੱਚ ਅਸੀਂ ਥਕਾਵਟ ਮਹਿਸੂਸ ਕਰਦੇ ਹਾਂ, ਔਰ ਕਈ ਘੰਟੇ ਤੱਕ ਉਹ ਥਕਾਵਟ ਚੱਲਦੀ ਰਹਿੰਦੀ। ਇਹਦੀ ਰਿਸਰਚ ਵੀ ਕੀਤੀ ਗਈ ਹੈ। 2 ਕੁੱਤਿਆਂ ਨੂੰ ਰੱਖਿਆ ਗਿਆ, ਇੱਕ ਸਾਈਡ ਦੇ ਉੱਤੇ ਇੱਕ ਕੁੱਤੇ ਨੂੰ ਬੰਨ੍ਹ ਕੇ ਉਸਨੂੰ ਅੱਛੀ ਤਰ੍ਹਾਂ ਰੋਟੀ ਖਾਣਾ ਅੱਛਾ ਦਿੱਤਾ ਗਿਆ, ਔਰ ਦੂਜੇ ਕੁੱਤੇ ਨੂੰ ਸਾਹਮਣੇ ਬੰਨ੍ਹਿਆ ਗਿਆ, ਔਰ ਉਹ ਕੁੱਤਾ ਖਾਣਾ ਖਾ ਰਿਹਾ ਹੈ, ਦੂਜਾ ਕੁੱਤਾ ਜਿਹੜਾ ਹੈ ਉਹ ਭੌਂਕ ਰਿਹਾ ਹੈ। ਉਹਦੇ ਮਨ 'ਚ ਤਣਾਅ ਆ ਰਿਹਾ ਹੈ। ਜਿਉਂ-ਜਿਉਂ ਉਹਦਾ ਤਣਾਅ ਵੱਧਦਾ ਜਾ ਰਿਹਾ ਹੈ, ਉਹਦੇ ਹਾਰਟ ਦੀ ਨਾਲੀ ਸ਼ਰਿੰਕ ਹੋ ਰਹੀ ਹੈ। ਉਹ ਦੇਖਿਆ ਗਿਆ ਕਿ ਉਸ ਕੁੱਤੇ ਦੀ ਨਾਲੀ 4-5 ਘੰਟੇ ਤੱਕ ਵੀ ਸ਼ਰਿੰਕ ਰਹੀ। ਇਸ ਤਰ੍ਹਾਂ ਹੀ ਇਹ ਚੀਜ਼ ਹੈ ਕਿ ਜਦੋਂ ਅਸੀਂ ਕਿਸੇ ਵੀ ਇਸ ਤਣਾਅ ਵਿੱਚ ਆਉਂਦੇ ਹਾਂ ਤਾਂ ਸਾਡੇ ਇਹ ਲੈਫਟ ਸਾਈਡ ਦੇ ਉੱਤੇ ਜਿੱਥੇ ਸਾਡਾ ਹਾਰਟ ਹੈ, ਔਰ ਉਸ ਦੇ ਅੰਦਰ ਸਾਨੂੰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਐਕਚੁਅਲੀ ਉਹ ਦਰਦ ਜਿਹੜਾ ਹੈ ਉਹ ਸਾਡੇ ਮਸਲ ਦਾ ਹੁੰਦਾ ਹੈ। ਅਗਰ ਹਾਰਟ ਦੇ ਉੱਤੇ ਕੋਈ ਇਫੈਕਟ ਆਏ ਤਾਂ ਹਾਰਟ ਅਟੈਕ ਹੋ ਸਕਦਾ ਹੈ। ਉਹਦੇ ਵਿੱਚ ਕੁਝ ਆਯੂ ਦਾ ਵੀ ਕਨੈਕਸ਼ਨ ਹੈ। ਜੇ 70 ਵਰਸ਼ 60 ਵਰਸ਼ ਤੋਂ ਉੱਪਰ ਕੋਈ ਬੰਦਾ ਵੀ ਕ੍ਰੋਧ ਕਰਦਾ ਹੈ, ਉਹ ਆਪਣੇ ਆਪ ਨੂੰ ਖਤਰਾ ਮੁੱਲ ਲੈਂਦਾ ਹੈ, ਕਿਉਂਕਿ ਉਸ ਦਾ ਸਰਕੂਲੇਸ਼ਨ ਬਹੁਤ ਤੇਜ਼ ਹੋ ਜਾਂਦਾ ਹੈ। ਤਾਂ ਇਹ ਚੀਜ਼ ਨੂੰ ਸਦਾ ਯਾਦ ਰੱਖੀਏ ਕਿ ਜਿਉਂ-ਜਿਉਂ ਸਾਡੀ ਉਮਰ ਵੱਧਦੀ ਹੈ ਤਿਉਂ-ਤਿਉਂ ਸਾਨੂੰ ਖਤਰੇ ਲੱਗਦੇ ਹਨ। ਤੇ ਇਸ ਵਾਸਤੇ ਆਪਣੀ ਲਾਈਫ ਨੂੰ, ਲਾਈਫ ਸਪੈਨ ਨੂੰ, ਜੀਵਨ ਸ਼ੈਲੀ ਨੂੰ ਅਗਰ ਵਧਾਉਣਾ ਹੈ ਤਾਂ ਸਾਡੀ ਜਿਹੜੀ ਜੀਵਨ ਹੈ ਉਹ ਲੰਬੀ ਹੋ ਸਕਦੀ ਹੈ। ਮੈਂ ਇੱਕ ਗੱਲ ਦੱਸੀ ਸੀਗੀ ਪਹਿਲੇ ਲੈਕਚਰ ਦੇ ਵਿੱਚ ਕਿ ਤੰਬਾਕੂ ਪੀਣ ਵਾਲਾ ਜਿਹੜਾ ਸਿਗਰਟ ਪੀਂਦਾ ਹੈ, ਉਹ ਇੱਕ ਸਿਗਰਟ ਜੀਵਨ ਦੇ 5 ਮਿੰਟ ਘੱਟ ਕਰ ਦਿੰਦੀ ਹੈ। ਤਾਂ ਇਸ ਤਰ੍ਹਾਂ ਦਾ ਹੀ ਇਹ ਚੀਜ਼ ਹੈ ਕਿ ਜਿਹੜੀ ਸਾਡੀ ਮਨ ਦੀ ਟੈਨਸ਼ਨ ਹੈ ਉਹਦੇ ਵਿੱਚ ਕਿੰਨੇ ਕਿਸਮ ਦੇ ਵਿਚਾਰ।
ਦੇਖੋ ਪਹਿਲੇ ਵਿਚਾਰ ਤਾਂ ਇਹ ਹੈ ਜਿਹੜੇ ਸਾਡੀ એનર્ਜੀ ਨੂੰ ਖਤਮ ਕਰ ਦਿੰਦੇ, ਆ ਦੂਜੇ ਵਿਚਾਰ ਹੈ ਡੀਗ੍ਰੇਡਡ ਥਾਟਸ, ਘਟੀਆ ਵਿਚਾਰ, ਦੂਜੇ ਨੂੰ ਦੇਖ ਕੇ ਸੜਦੇ ਰਹਿਣਾ, ਈਰਸ਼ਾ ਕਰਨਾ, ਨਫ਼ਰਤ ਕਰਨਾ, ਕ੍ਰੋਧ ਕਰਨਾ, ਕਰ ਕੁਛ ਨਹੀਂ ਸਕਦੇ, ਪਰ ਉਹ ਵਿਚਾਰ ਸਾਡੇ ਅੰਦਰ ਚੱਲ ਰਹੇ, ਅਸੀਂ ਉਹਨਾਂ ਨੂੰ ਐਕਸਪ੍ਰੈਸ ਵੀ ਨਹੀਂ ਕਰ ਸਕਦੇ, ਕਿਉਂਕਿ ਜੇ ਪੜੋਸੀ ਦੇ ਘਰ ਕੋਈ ਅੱਛਾ ਮਾਨੋ ਕਾਰ ਆ ਗਈ ਤਾਂ ਅਸੀਂ ਉਹ ਸੋਚਦੇ ਹਾਂ ਮੇਰੇ ਕੋਲੇ ਕਿਉਂ ਨਹੀਂ ਆਈ। ਤਾਂ ਇਹਨਾਂ ਗੱਲਾਂ ਦੇ ਨਾਲ ਹੀ ਉਹ ਨੈਗੇਟਿਵ ਥਾਟਸ ਚੱਲਦੇ ਰਹਿੰਦੇ। ਜਿਹੜੇ ਨੈਗੇਟਿਵ ਥਾਟਸ ਹੈਗੇ, ਉਹ ਨੈਗੇਟਿਵ ਥਾਟਸ ਸਾਡੇ ਕੈਮੀਕਲ ਨੂੰ ਕਨਵਰਟ ਕਰ ਦਿੰਦੇ ਹਨ। ਉਹ ਕੈਮੀਕਲ ਜ਼ਹਿਰੀਲੇ ਹੁੰਦੇ ਹਨ ਔਰ ਉਹ ਸਰੀਰ ਦੇ ਅੰਦਰ ਪ੍ਰਵੇਸ਼ ਹੁੰਦੇ ਹਨ, ਤਾਂ ਉਸ ਦੇ ਨਾਲ ਕਈ ਬਿਮਾਰੀਆਂ ਹੋ ਜਾਂਦੀਆਂ। ਆਪਾਂ ਜਾਣਦੇ ਹਾਂ ਕਿ ਸਾਡੇ 2 ਗੁਰਦੇ ਹਨ, ਗੁਰਦਿਆਂ ਦੇ ਉੱਪਰ 2 ਗ੍ਰੰਥੀਆਂ ਹਨ, ਉਹਨਾਂ ਦੇ ਵਿੱਚੋਂ ਜੋ ਰਸ ਨਿਕਲਦਾ ਹੈ ਉਹ ਰਸ ਸਾਡੇ ਸਰੀਰ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਔਰ ਉਹ ਜਿਹੜੇ ਕੈਮੀਕਲ ਹੈ ਉਹ ਨੈਗੇਟਿਵ ਕੈਮੀਕਲਸ ਹੈ। ਔਰ ਜਿਉਂ-ਜਿਉਂ ਨੈਗੇਟਿਵ ਕੈਮੀਕਲਸ ਵੱਧਦੇ ਜਾਂਦੇ ਹਨ ਤਿਉਂ ਤਾਂ ਬਿਮਾਰੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਵਾਸਤੇ ਇਹਨਾਂ ਚੀਜ਼ਾਂ ਨੂੰ ਸਾਹਮਣੇ ਰੱਖਦੇ ਹੋਏ ਆਪਾਂ ਇਸ ਕੜੀ ਨੂੰ ਚਾਲੂ ਹੀ ਰੱਖਾਂਗੇ ਹੈ, ਔਰ ਮੈਂ ਇਸ ਤਰੀਕੇ ਦੇ ਨਾਲ ਇਹ 2 ਵਿਚਾਰਾਂ ਦੇ ਉੱਤੇ ਖਾਸ ਅਟੈਂਸ਼ਨ ਖਿਚਵਾ ਰਿਹਾ। ਦੋਸਤੋ, ਕਦੇ ਵੀ ਕ੍ਰੋਧ ਨਹੀਂ ਕਰਨਾ, ਕ੍ਰੋਧ ਨਾਲ ਕੋਈ ਚੀਜ਼ ਹੱਲ ਨਹੀਂ ਹੁੰਦੀ। ਬੇਸ਼ੱਕ ਨੁਕਸਾਨ ਕਈ ਵਾਰੀ ਸਾਡੇ ਜ਼ਿਮੀਂਦਾਰ ਭਰਾਵਾਂ ਦੇ ਵਿੱਚ ਇੱਕ ਛੋਟੇ ਜਿਹੇ ਬਟਵਾਰੇ ਕਾਰਨ, ਕੁਝ ਮਰਲਿਆਂ ਦੇ ਕਾਰਨ ਵੱਡੇ ਤੋਂ ਵੱਡਾ ਨੁਕਸਾਨ ਹੋ ਜਾਂਦਾ ਹੈ, ਪਰ ਮਗਰੋਂ ਅਸੀਂ ਪਛਤਾਵਾ ਕਰਦੇ। ਤਾਂ ਇਸ ਵਾਸਤੇ ਇਹ 2 ਗੱਲਾਂ ਨੂੰ ਜੀਵਨ ਦੇ ਵਿੱਚ ਯਾਦ ਰੱਖਣਾ ਕਿ ਇਹ 2 ਵਿਚਾਰਾਂ ਨੂੰ ਅਸੀਂ ਨਹੀਂ ਆਉਣ ਦੇਣਾ। ਇਸ ਤੋਂ ਅਗਲੀ ਕੜੀ ਵਿੱਚ ਵੀ ਮੈਂ ਤੁਹਾਨੂੰ ਵਿਚਾਰ ਦੱਸਾਂਗਾ ਜੋ ਤੁਹਾਡੇ ਫੇਵਰ ਦੇ ਵਿੱਚ ਹੋਣਗੇ, ਤੁਹਾਡੇ ਲਈ ਅੱਛੇ ਹੋਣਗੇ, ਜਿਹੜੇ ਤੁਹਾਡੀ ਸਿਹਤ ਵਾਸਤੇ ਵੀ ਬਹੁਤ ਚੰਗੇ ਹੋਣਗੇ। ਤਾਂ ਇਸ ਦੇ ਸਾਥ ਸਾਥ ਅੱਜ ਮੈਂ ਇਸ ਕੜੀ ਨੂੰ ਵਿਰਾਮ ਦਿੰਦਾ ਹਾਂ। ਸਤਿ ਸ੍ਰੀ ਅਕਾਲ।